ਹਾਲੇਲੂਇਆ। ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅਸੀਂ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਇੱਕ ਵਾਰੀ ਫੇਰ ਸਾਨੂੰ ਸਾਰਿਆਂ ਨੂੰ ਆਪਣੇ ਕਦਮਾਂ ਦੇ ਵਿੱਚ ਲੈ ਕੇ ਆਏ। ਪਰਮੇਸ਼ਰ ਦਾ ਧੰਨਵਾਦ ਹੋ। ਤਾਂ ਆਈਏ ਅਸੀਂ ਪਰਮੇਸ਼ਰ ਦਾ ਵਚਨ ਜੋ ਪਿਛਲੇ ਦਿਨਾਂ ਤੋਂ ਅਸੀਂ ਸ਼ੁਰੂ ਕੀਤਾ ਹੋਇਆ ਹੈ ਕਿ ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਹੋਏ ਨੁਕਸਾਨ, ਕਿ ਆਦਮ ਦੇ ਪਾਪ ਕਰਨ ਦੇ ਕਾਰਨ ਮਾਨਵ ਜਾਤੀ ਨੂੰ ਕੀ ਨੁਕਸਾਨ ਹੋ ਗਏ ਸੀ ਔਰ ਉਹਨਾਂ ਨੁਕਸਾਨਾਂ ਦੀ ਫਿਰ ਪਰਮੇਸ਼ਰ ਨੇ ਕਿਸ ਤਰੀਕੇ ਨਾਲ ਭਰਪਾਈ ਕੀਤੀ ਜਾਂ ਉਹਨਾਂ ਨੁਕਸਾਨਾਂ ਨੂੰ ਕਿਸ ਤਰ੍ਹਾਂ ਪੂਰਾ ਕੀਤਾ, ਉਹ ਚੀਜ਼ਾਂ ਅਸੀਂ ਸਿੱਖਣ ਲਈ ਜਾ ਰਹੇ ਹਾਂ। ਪਿਛਲੇ ਦਿਨਾਂ 'ਚ ਸਿੱਖਿਆ ਸੀ ਕਿ ਅਸੀਂ ਆਤਮਿਕ ਤੌਰ ਤੇ ਮਰ ਗਏ ਸੀ। ਇੱਕ ਵਾਰੀ ਫਿਰ ਮੈਂ ਜੋ ਨਵੇਂ ਆਏ ਨੇ ਉਹਨਾਂ ਦੇ ਲਈ ਮੈਂ ਇੱਕ ਵਾਰ ਫਿਰ ਰਿਪੀਟ ਕਰਾਂਗਾ ਕਿ ਇਹ ਨੁਕਸਾਨ ਕੀ ਹੋਏ ਸੀ। 5 ਨੁਕਸਾਨ ਮੇਨ ਜੋ ਸਾਰੀ ਮਨੁੱਖ ਜਾਤੀ ਨੂੰ ਹੋਏ। ਨੰਬਰ 1, ਸਭ ਆਤਮਿਕ ਤੌਰ ਤੇ ਮਰ ਗਏ। ਨੰਬਰ 2, ਸਭਨਾਂ ਦੇ ਨਾਲੋਂ ਪਰਮੇਸ਼ਰ ਦੀ ਸੰਗਤੀ ਟੁੱਟ ਗਈ। ਨੰਬਰ 3, ਲਿਬਾਸ ਗਵਾਚ ਗਿਆ। ਜਿਸ ਤਰ੍ਹਾਂ ਆਦਮ ਨੰਗਾ ਹੋ ਗਿਆ ਸੀ, ਸਭ ਨੰਗੇ ਹੋ ਗਏ ਸੀ ਔਰ ਹਰ ਤਰੀਕੇ ਨਾਲ ਸ਼ੈਤਾਨ ਦਾ ਪ੍ਰਭਾਵ ਅਸਰ ਸਭ ਲੋਕਾਂ ਤੇ ਹੁੰਦਾ ਸੀ। ਔਰ ਚੌਥਾ, ਇਨਸਾਨ ਜਾਂ ਮਾਨਵ ਜਾਤੀ ਆਪਣਾ ਹੱਕ ਖੋ ਚੁੱਕੇ ਸਨ। ਔਰ 5ਵਾਂ, ਉਹਨੂੰ ਘਰ ਵਿੱਚੋਂ ਕੱਢ ਦਿੱਤਾ ਗਿਆ ਸੀ, ਜਿਹਨੂੰ ਅਸੀਂ ਕਹਿ ਸਕਦੇ ਹਾਂ ਡਿੱਗ ਗਿਆ ਸੀ। ਤੋ ਇਹਨਾਂ 5 ਨੁਕਸਾਨਾਂ ਦਾ ਪ੍ਰਭੂ ਯੀਸ਼ੂ ਮਸੀਹ ਨੇ ਫਿਰ ਦੁਬਾਰਾ ਇਨਸਾਨ ਦੇ ਜੀਵਨ ਦੇ ਵਿੱਚ ਇਹਨੂੰ ਪੂਰਾ ਕਰਨ ਦਾ ਇੱਕ ਮੌਕਾ ਦਿੱਤਾ ਕਿ ਮਰੇ ਹੋਏ ਨੂੰ ਨਵੇਂ ਸਿਰਿਓਂ ਜਨਮ ਦਿੱਤਾ ਔਰ ਟੁੱਟੀ ਸੰਗਤੀ ਨੂੰ ਦੁਬਾਰਾ ਕੀ ਕੀਤਾ ਹੈ, ਉਹਨੇ ਜੋੜਿਆ। ਔਰ ਤੀਸਰਾ ਅਸੀਂ ਪੁਆਇੰਟ ਸਿੱਖ ਰਹੇ ਹਾਂ, ਜੋ ਲਿਬਾਸ ਗਵਾਚ ਗਿਆ ਸੀ, ਜੋ ਨੰਗਾ ਹੋ ਗਿਆ ਸੀ, ਫਿਰ ਪਰਮੇਸ਼ਰ ਨੇ ਇਨਸਾਨ ਨੂੰ ਇੱਕ ਅਜਿਹੇ ਜਲਾਲੀ ਬਸਤਰ ਪਹਿਨਾਏ ਕਿ ਜੇਕਰ ਬਸਤਰ ਪਹਿਨ ਲਓਗੇ। ਇੱਕ ਵਾਰ ਫਿਰ ਮੈਂ ਤੁਹਾਡੇ ਲਈ ਪੜ੍ਹੀਏ ਜੀ ਇਫਸੀਆਂ ਦੀ ਪੱਤਰੀ 6 ਬਾਬ 10 ਵਚਨ ਤੋਂ ਲੈ ਕੇ ਕੁਝ ਵਚਨ ਪੜ੍ਹੀਏ। ਉਹ ਬਸਤਰ ਪਹਿਨਣ ਦਾ ਅਸਰ ਕੀ ਆ? ਜਦੋਂ ਅਸੀਂ ਸਭ ਉਹ ਬਸਤਰ ਪਹਿਨ ਲਵਾਂਗੇ, ਉਹ ਜਲਾਲੀ ਬਸਤਰ, ਉਹ ਆਤਮਿਕ ਬਸਤਰ, ਉਹ ਸ਼ਸਤਰ ਔਰ ਬਸਤਰ ਲੈ ਲਵਾਂਗੇ, ਫਿਰ ਪਰਮੇਸ਼ਰ ਦਾ ਆਤਮਾ ਸਾਨੂੰ ਕੀ ਕਹਿੰਦਾ ਕਿ ਸਾਡੇ ਜੀਵਨ 'ਚ ਹੋਏਗਾ ਕੀ। ਹਾਂਜੀ, ਮੁੱਕ ਦੀ ਗੱਲ ਪ੍ਰਭੂ ਵਿੱਚ, ਕਹਿੰਦਾ ਮੁੱਕ ਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ। ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਕੀ ਹੋਵੋ? ਤਕੜੇ ਹੋਵੋ। ਹਾਂ, ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰੋ। ਔਰ ਪਰਮੇਸ਼ਰ ਦੇ ਕੀ ਕਹਿੰਦਾ? ਸਾਰੇ ਸ਼ਸਤਰ ਬਸਤਰ ਕੀ ਕਰ ਲਓ? ਧਾਰ ਲਓ। ਹਾਂ, ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿੰਦਾ ਦੇ ਸਾਹਮਣੇ, ਜਿਸ ਤਰ੍ਹਾਂ ਫੇਰ ਜੇਕਰ ਆਦਮ ਹਵਾ ਦੀ ਤਰ੍ਹਾਂ ਫੇਰ ਸ਼ੈਤਾਨ ਤੁਹਾਡੇ ਜੀਵਨ ਦੇ ਵਿੱਚ ਛਲ ਛਿੰਦਾ ਦੇ ਦੁਆਰਾ ਜਾਂ ਆਪਣੀਆਂ ਧੋਖਾ ਦੇਣ ਵਾਲੀਆਂ ਚਾਲਾਂ ਜਾਂ ਯੁਕਤੀਆਂ ਦੇ ਦੁਆਰਾ ਕੰਮ ਕਰਨ ਲਈ ਆਉਣਾ ਚਾਹੇ, ਹਾਂ, ਛਲ ਛਿੰਦਾ ਦੇ ਸਾਹਮਣੇ ਖਲੋ ਸਕੋ। ਉਹਦੇ ਸਾਰੇ ਛਲ ਛਿੰਦਾ ਦੇ ਸਾਹਮਣੇ ਕੀ ਕਰ ਸਕੋ? ਤੁਸੀਂ ਖਲੋ ਸਕੋ। ਹਾਂ, ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ। ਹਾਂ, ਪਰਮੇਸ਼ਰ ਦਾ ਵਚਨ ਦੱਸਦਾ ਸਾਡੀ ਲੜਾਈ ਲਹੂ ਤੇ ਮਾਸ ਨਾਲ ਨਹੀਂ। ਹਾਂ, ਸਗੋਂ ਹਕੂਮਤਾਂ, ਹਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ, ਹਾਂ, ਜੋ ਸਵਰਗੀ ਥਾਵਾਂ ਵਿੱਚ ਹਨ। ਜੋ ਸਵਰਗੀ ਥਾਵਾਂ ਦੇ ਵਿੱਚ ਹਨ। ਹਾਂ, ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ। ਕਹਿੰਦਾ ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਕੀ ਕਰੋ? ਲੈ ਲਵੋ। ਹਾਂ, ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਔਰ ਤੁਸੀਂ ਉਹਨਾਂ ਸ਼ਸਤਰਾਂ ਬਸਤਰਾਂ ਦੇ ਨਾਲ ਬੁਰੇ ਦਿਨਾਂ ਵਿੱਚ ਕੀ ਕਰ ਸਕੋਗੇ? ਸਾਹਮਣਾ ਕਰ ਸਕੋਗੇ। ਹਾਂ, ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। ਔਰ ਸਭੋ ਕੁਝ ਮੁਕਾ ਕੇ ਕੀ ਕਰ ਸਕੋ? ਖਲੋ ਸਕੋ। ਹਾਂ, ਸੋ ਤੁਸੀਂ ਆਪਣੀ ਕਮਰ ਸਚਾਈ ਨਾਲ ਕੱਸ ਕੇ, ਪਿਛਲੀ ਵਾਰ ਅਸੀਂ ਸਿੱਖ ਰਹੇ ਸੀ, ਸੋ ਅਸੀਂ ਹੁਣ ਆਪਣੀ ਕਮਰ ਕੀ ਕਰੀਏ? ਸਚਾਈ ਦੇ ਨਾਲ ਕੱਸ ਲਈਏ। ਸਚਾਈ ਦਾ ਸਾਡੇ ਜੀਵਨ 'ਚ ਹੋਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜੇ ਸਚਾਈ ਨਹੀਂ ਨਾ ਤੇ ਅਸੀਂ ਦੋਨੋਂ ਪਾਸੋਂ ਮਰਾਂਗੇ। ਸ਼ੈਤਾਨ ਤੇ ਜਿਹੜਾ ਸਾਡਾ ਨੁਕਸਾਨ ਕਰੇਗਾ ਹੀ ਕਰੇਗਾ, ਪਰਮੇਸ਼ਰ ਵੀ ਸਾਨੂੰ ਬਖਸ਼ੇਗਾ ਨਹੀਂ। ਤੁਹਾਨੂੰ ਯਾਦ ਹੋਏਗਾ ਇੱਕ ਵਾਕਿਆ ਹਨਨਿਆ ਤੇ ਸਫੀਰਾ ਦਾ। ਹਨਨਿਆ ਸਫੀਰਾ ਨੇ ਕੁਝ ਆਪਣੀ ਮਿਲਕ ਵੇਚੀ, ਆਪਣੀ ਜਾਇਦਾਦ ਵੇਚੀ ਔਰ ਉਹਦੇ ਵਿੱਚੋਂ ਕੁਝ ਹਿੱਸਾ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਕੀ ਕਰ ਦਿੱਤਾ? ਰੱਖ ਦਿੱਤਾ। ਪਰ ਨਾਲ ਕੀ ਬੋਲਿਆ ਉਹਨਾਂ ਦੇ ਨਾਲ? ਪਰਮੇਸ਼ਰ ਦਾਸਾਂ ਕਿਹਾ ਨਾ, ਕਹਿੰਦਾ ਤੇਰੀ ਹਿੰਮਤ ਕਿਸ ਤਰ੍ਹਾਂ ਹੋਈ ਤੂੰ ਪਰਮੇਸ਼ਰ ਦੇ ਆਤਮਾ ਨਾਲ ਕੀ ਬੋਲੇ? ਸ਼ੈਤਾਨ ਨਾਲ ਝੂਠ ਬੋਲਿਆ, ਹਵਾ ਫਸ ਗਈ। ਪਰਮੇਸ਼ਰ ਦੀ ਆਤਮਾ ਦੇ ਨਾਲ ਝੂਠ ਬੋਲਿਆ, ਹਨਨਿਆ ਤੇ ਸਫੀਰਾ ਮਰ ਗਏ। ਇਸ ਕਾਰਨ ਇਸ ਝੂਠ ਨੂੰ ਆਪਣੇ ਜੀਵਨ ਚੋਂ ਕੱਢੋ। ਇਹ ਤੁਹਾਨੂੰ 2 ਪਾਸਿਓਂ ਫਸਾਉਣ ਦਾ
ਸਿਸਟਮ ਬਣਾ ਦਿੰਦਾ ਹੈ। ਦੋ ਪੱਖੀ ਤੁਸੀਂ ਫਸ ਜਾਂਦੇ ਹੋ, ਫਿਰ ਕਦੇ ਵੀ ਇਸ ਝੂਠ ਦੇ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਇਸ ਕਰਕੇ ਸੱਚੇ ਬਣੋ, ਕਿਉਂਕਿ ਸਾਡਾ ਸੱਚਾ ਪਰਮੇਸ਼ਰ ਸਾਡੇ ਨਾਲ ਆ। ਸੱਚੇ ਬਣੋ ਕਿਉਂਕਿ ਸਾਡੇ ਪਰਮੇਸ਼ਰ ਨੂੰ ਕਿਹਾ ਜਾਂਦਾ ਪਰਮੇਸ਼ਰ ਸੱਚਾ ਹੈ। ਉਹਨੇ ਵੀ ਕਿਹਾ ਰਾਹ ਹੱਕ ਤੇ ਰਾਹ ਸੱਚਾਈ ਤੇ ਜੀਵਨ ਕੀ ਆ, ਮੈਂ ਹੀ ਹਾਂ। ਅੱਜ ਅਸੀਂ ਦੇਖਣ ਲਈ ਜਾ ਰਹੇ ਹਾਂ ਦੂਸਰਾ ਬਸਤਰ ਜੋ ਨੇ ਸਾਨੂੰ ਦਿੱਤਾ ਹੈ। ਪੜ੍ਹੀਏ ਜੀ। ਅਤੇ ਧਰਮ ਦੀ ਸੰਜੋ ਪਹਿਨ ਕੇ। ਹੁਣ ਦੂਸਰਾ ਬਸਤਰ ਕੀ ਦੇਣਾ ਚਾਹੁੰਦਾ ਸਾਨੂੰ? ਕਹਿੰਦਾ ਤੁਸੀਂ ਕੀ ਪਹਿਨੋ? ਧਰਮ ਦੀ ਸੰਜੋ ਪਹਿਨੋ। ਪਹਿਲਾ ਜਿਹੜਾ ਬਸਤਰ ਸੀ ਉਹ ਸੀ ਸਚਾਈ ਨੂੰ ਦਰਸਾਉਣ ਵਾਲਾ। ਹੁਣ ਪਿਛਲੇ ਵਾਰ ਅਸੀਂ ਗੌਰ ਕਰ ਰਹੇ ਸੀ ਕਿ ਉਹ ਬੈਲਟ ਸਭ ਤੋਂ ਪਹਿਲਾਂ ਕਿਉਂ? ਇਸ ਕਾਰਨ ਕਿਉਂਕਿ ਸਚਾਈ ਸਭ ਤੋਂ ਪਹਿਲਾਂ ਸਾਡੇ ਜੀਵਨ 'ਚ ਹੋਣੀ ਚਾਹੀਦੀ ਹੈ। ਔਰ ਸਚਾਈ ਇੱਕ ਬੈਲਟ ਦੀ ਤਰ੍ਹਾਂ, ਇੱਕ ਸਿਪਾਹੀ ਦੀ ਔਰ ਇੱਕ ਯੋਧੇ ਦੀ ਪਹਿਚਾਣ ਹੀ ਉਹਦੀ ਬੈਲਟ ਤੋਂ ਹੁੰਦੀ ਹੈ। ਇੱਕ ਸਿਪਾਹੀਆਂ ਦਾ ਵੀ ਨੰਬਰ ਉਹਦੀ ਬੈਲਟ ਤੇ ਹੀ ਦਰਜ ਹੁੰਦਾ ਹੈ। ਉਹਦੀ ਬੈਲਟ ਤੇ ਨੰਬਰ ਨਹੀਂ ਨਾ, ਉਥੋਂ ਇਹ ਨਹੀਂ ਜਾਣਿਆ ਜਾਂਦਾ ਹਜੇ ਸਿਪਾਹੀ ਹੈ ਕਿ ਨਹੀਂ। ਇਸ ਕਾਰਨ ਸਚਾਈ ਦੀ ਬੈਲਟ ਸਾਡੇ ਜੀਵਨ ਤੇ ਹੋਏ। ਔਰ ਦੂਸਰਾ ਧਰਮ ਦੀ ਕੀ ਹੋਵੇ? ਸੰਜੋ। ਪੜੋ। ਅਤੇ ਧਰਮ ਦੀ ਸੰਜੋ ਪਹਿਨ ਕੇ। ਔਰ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਬਸ ਧਰਮ ਦੀ ਕੀ ਪਹਿਨ ਲਓ। ਹੁਣ ਇਸ ਚੀਜ਼ ਨੂੰ ਸਾਨੂੰ ਸਮਝਣਾ ਜ਼ਰੂਰੀ ਹੈ ਕਿ ਧਰਮ ਦੀ ਸੰਜੋ ਹੈ ਕੀ। ਧਰਮ ਦੀ ਸੰਜੋ ਮਤਲਬ ਕਿ ਅਸੀਂ ਸੋਚਦੇ ਹਾਂ ਕਿ ਈਸਾਈ ਹੋਣ ਦੇ ਨਾਲ ਸਾਡੇ ਉੱਤੇ ਉਹ ਸੰਜੋ ਆ ਗਈ ਤੇ ਬਾਕੀ ਧਰਮ ਵੀ ਹੈਗੇ ਦੁਨੀਆ ਦੇ ਵਿੱਚ। ਜੇ ਤੁਹਾਡੇ ਈਸਾਈ ਹੋਣ ਦੇ ਨਾਲ ਤੁਹਾਨੂੰ ਇਹ ਧਰਮ ਦੀ ਸੰਜੋ ਮਿਲਦੀ ਆ ਤੇ ਬਾਕੀਆਂ ਨੂੰ ਵੀ ਤੇ ਮਿਲਦੀ ਹੈ ਨਾ ਫਿਰ। ਪਰ ਮੇਰੇ ਅਜ਼ੀਜ਼ੋ, ਇਹ ਜਿਹੜੀ ਸੰਜੋ ਆ ਇਹ ਕਿਸੇ ਨੂੰ ਦਿਖਦੀ ਨਹੀਂ। ਸੰਜੋ ਦਾ ਮਤਲਬ ਕੀ ਹੁੰਦਾ? ਸਭ ਤੋਂ ਪਹਿਲਾਂ ਸਮਝਣਾ ਪੈਣਾ। ਸੰਜੋ ਮਤਲਬ ਸਰੀਰਕ ਤੌਰ ਤੇ ਜਿਹੜੀ ਸੰਜੋ ਹੈ, ਜਿਹਦੀ ਉਦਾਹਰਨ ਪਰਮੇਸ਼ਰ ਦੇ ਦਾਸ ਨੇ ਲਈ ਹੈ ਕਿ ਇਹ ਸੰਜੋ ਲੋਹੇ ਦੀਆਂ ਤਾਰਾਂ ਨੂੰ ਬੁਣ ਕੇ ਬਣਾਇਆ ਗਿਆ ਇੱਕ ਬਸਤਰ ਹੁੰਦਾ ਸੀ, ਜਿਹੜਾ ਉਸ ਸਿਪਾਹੀ ਦੀ ਧੌਣ ਤੋਂ ਲੈ ਕੇ ਬਾਹਾਂ ਤੱਕ ਔਰ ਛਾਤੀ, ਪੇਟ ਔਰ ਪੱਟਾਂ ਤੱਕ ਉਹਦੀ ਰੱਖਿਆ ਕਰਦਾ ਸੀ। ਇਹ ਮਜ਼ਬੂਤ ਤਾਰਾਂ ਦੀ ਬੁਣਿਆ ਹੋਇਆ ਇੱਕ ਸੁਰੱਖਿਆ ਕਵਚ ਸੀ, ਜਿਹਨੂੰ ਭੇਦ ਕੇ ਜੇਕਰ ਕੋਈ ਤੀਰ ਆਉਂਦਾ ਵੀ ਆ, ਜੇਕਰ ਕੋਈ ਤੀਰ ਚੱਲਦਾ ਉਹਦੇ ਵੱਲ ਆ ਜਾਂਦਾ ਆ, ਤੇ ਉਸ ਸੰਜੋ ਨੂੰ ਭੇਦ ਕੇ ਜਾਂ ਉਸ ਸੰਜੋ ਨੂੰ ਪਾੜ ਕੇ ਤੀਰ ਅੱਗੇ ਜਾ ਨਹੀਂ ਸਕਦਾ। ਮੇਨ ਇਹ ਸੰਜੋ ਦਾ ਕੰਮ ਆ ਸਾਡੇ ਦਿਲ ਦੀ ਰੱਖਿਆ ਕਰਨਾ। ਇਹ ਸੰਜੋ ਕਿਉਂ ਦਿੱਤੀ ਗਈ ਆ? ਸਾਡੇ ਦਿਲ ਦੀ ਰਾਖੀ ਦੇ ਲਈ। ਪਰ ਸਾਡੇ ਦਿਲ ਦੀ ਰਾਖੀ ਕੌਣ ਕਰੇਗਾ? ਧਰਮ ਦੀ ਬਣੀ ਸੰਜੋ। ਹੁਣ ਧਰਮ ਕੀ ਆ? ਇਹ ਜੋ ਈਸਾਈ ਧਰਮ ਜਾਂ ਸਿੱਖ ਧਰਮ ਜਾਂ ਹਿੰਦੂ ਧਰਮ ਜਾਂ ਮੁਸਲਮਾਨ ਧਰਮ ਹੈ ਨਾ, ਇਹ ਤੇ ਧਰਮਾਂ ਦੇ ਨਾਮ ਨੇ। ਧਰਮ ਇੱਕ ਕੰਮ ਹੁੰਦਾ ਆ। ਜੇ ਧਰਮ ਕਹੀਏ ਤਾਂ ਧਰਮ ਦਾ ਮਤਲਬ ਧਰਮ ਇੱਕ ਕੰਮ ਆ। ਕੰਮ ਬਣਦਾ ਆ ਧਰਮ। ਜਿਹੜਾ ਇਨਸਾਨ ਉਹ ਕੰਮ ਕਰਦਾ ਆ ਉਹਨੂੰ ਕਹਿੰਦੇ ਆ ਧਰਮੀ। ਇਸ ਕਰਕੇ ਯਾਦ ਰੱਖੋ, ਧਰਮ ਕੋਈ ਨਾ, ਧਰਮ ਇਹ ਜਿਹੜੇ ਸਾਡੇ ਨਾਮ ਨੇ ਨਾ ਕ੍ਰਿਸਚਨ, ਇਹ ਤੇ ਸਿਰਫ ਇੱਕ ਨਾਮ ਆ। ਪਰ ਸਾਡਾ ਧਰਮ ਕੀ ਆ? ਅਸੀਂ ਕੁਝ ਕੰਮ ਕਰਨੇ ਨੇ, ਅਸੀਂ ਕੁਝ ਆਗਿਆ ਦਾ ਪਾਲਣ ਕਰਨਾ ਆ, ਫੇਰ ਆ ਸਾਡੇ ਲਈ ਉਹ ਧਰਮ। ਪਰ ਕਈ ਲੋਕ ਕੀ ਸੋਚਦੇ ਨੇ, ਸਾਨੂੰ ਨਾਮ ਹੀ ਕਾਫੀ ਹੈ। ਉਹ ਨਾਮ ਦੇ ਧਰਮ ਨਹੀਂ ਨੇ। ਧਰਮ ਮਤਲਬ ਤੁਸੀਂ ਕੁਝ ਕਰਨਾ ਆ ਔਰ ਉਹ ਪੱਕੇ ਤਰੀਕੇ ਨਾਲ ਕਰਨਾ ਆ। ਉਹਦੇ ਵਿੱਚ ਕੋਈ ਗਲਤੀ, ਕੋਈ ਗੁੰਜਾਇਸ਼, ਕੋਈ ਛੁੱਟ ਦਾ ਸਾਧਨ ਹੈ ਹੀ ਨਹੀਂ। ਹੁਣ ਸਭ ਤੋਂ ਪਹਿਲਾਂ ਇਹ ਧਰਮ ਦੀ ਬਣੀ ਸੰਜੋ ਕੀ ਕਰਨੀ ਆ? ਪਹਿਨਣੀ ਹੈ, ਜਿਹੜੀ ਸਾਡੇ ਦਿਲ ਨੂੰ ਕੀ ਕਰੇਗੀ? ਬਚਾਏਗੀ। ਔਰ ਇੱਕ ਧਰਮੀ ਦੇ 6 ਕੰਮ ਨੇ, ਜ਼ਿਆਦਾ ਵੀ ਹੋ ਸਕਦੇ ਨੇ, ਪਰ ਮੈਂ ਮੇਨ ਚੁਣ ਕੇ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਉਹਦੀ ਅਗਵਾਈ ਦੇ ਨਾਲ 6 ਕੰਮ, ਇਹ 6 ਧਾਗਿਆਂ ਦੀ ਬਣੀ ਹੈ ਸੰਜੋ। ਇਹ 6 ਤਰ੍ਹਾਂ ਦੇ ਧਾਤੂਆਂ ਦੀ ਬਣੀ ਸੰਜੋ ਤੁਹਾਡੇ ਦਿਲ ਦੀ ਕੀ ਕਰੇਗੀ? ਰੱਖਿਆ ਕਰੇਗੀ।
ਇਹ 6 ਗੱਲਾਂ ਜੋ ਅਸੀਂ ਇੱਕ ਧਰਮੀ ਦੇ ਬਾਰੇ ਸਿੱਖਣ ਲਈ ਜਾ ਰਹੇ ਹਾਂ ਨਾ, ਇਹ 6 ਉਹਨਾਂ ਤਾਰਾਂ ਦੀ ਬਣੀ ਜਾਂ ਇਹ 6 ਚੀਜ਼ਾਂ ਦੀ ਬਣੀ ਸੰਜੋਗ ਨੂੰ ਜਦੋਂ ਅਸੀਂ ਆਪਣੇ ਉੱਤੇ ਪਹਿਨ ਲਾਂਗੇ, ਉੱਤੇ ਪਹਿਨਣ ਦਾ ਮਤਲਬ ਜਦੋਂ ਇਹਨੂੰ ਅਸੀਂ ਕਰਾਂਗੇ, ਜਦੋਂ ਇਹਨੂੰ ਅਸੀਂ ਮੰਨਾਂਗੇ, ਜਦੋਂ ਅਸੀਂ ਇਹਦੇ ਅਨੁਸਾਰ ਚੱਲਾਂਗੇ, ਜਦੋਂ ਇਹਦੇ ਅਨੁਸਾਰ ਅਸੀਂ ਆਪਣਾ ਜੀਵਨ ਬਤੀਤ ਕਰਾਂਗੇ, ਇਹ ਧਰਮ ਦੇ ਕੰਮ ਹੀ ਸਾਡੀ ਕੀ ਕਰਨਗੇ? ਸੁਰੱਖਿਆ ਕਰਨਗੇ। ਇਸ ਕਰਕੇ ਸਭ ਤੋਂ ਪਹਿਲਾਂ ਯਾਦ ਰੱਖੋ, ਧਰਮੀ ਦੇ 6 ਕੰਮ ਆ, ਉਹਨਾਂ ਵਿੱਚੋਂ ਨੰਬਰ 1 ਕੰਮ ਕੀ ਹੈ? ਪੜ੍ਹੀਏ ਜਰਾ, ਕੂਚ ਦੀ ਕਿਤਾਬ 23 ਬਾਬ ਉਹਦਾ 8 ਵਚਨ। ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਦਿਲ ਦੀ ਰਾਖੀ ਹੋਵੇ, ਅੱਗੇ ਜਾ ਕੇ ਅਸੀਂ ਦੇਖਾਂਗੇ ਦਿਲ ਦੀ ਰਾਖੀ ਕਿਉਂ ਕਰਨੀ ਹੈ। ਤਾਂ ਧਰਮ ਦਾ ਪਹਿਲਾ ਕੰਮ, ਧਰਮੀ ਦਾ ਪਹਿਲਾ ਕੰਮ, ਕੂਚ ਦੀ ਕਿਤਾਬ ਉਹਦਾ 23 ਬਾਬ 8 ਵਚਨ। ਤੂੰ ਵੱਡੀ ਨਾ ਖਾ, ਹਾਂ, ਕਿਉਂ ਜੋ ਵੱਡੀ ਤੇਜ਼ ਨਿਗਾਹ ਵਾਲੇ ਨੂੰ ਅੰਨਾ ਕਰ ਦਿੰਦੀ ਹੈ, ਹਾਂ, ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ। ਧਰਮੀਆਂ ਦੇ ਗੱਲਾਂ ਨੂੰ ਕੀ ਕਰਦੀ ਹੈ? ਵੱਡੀ ਨਾ ਖਾ ਕਹਿਣ ਦਾ ਮਤਲਬ ਤੂੰ ਆਪਣੇ ਜੀਵਨ ਦੇ ਵਿੱਚ ਪੈਸੇ ਦਾ ਲਾਲਚ ਨਾ ਕਰ। ਧਰਮੀ ਦੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੋਹ ਦਾ, ਮਾਇਆ ਦਾ ਮੋਹ, ਪੈਸੇ ਦਾ ਮੋਹ ਨਹੀਂ ਹੋਣਾ। ਜੇ ਇਹ ਹੋਇਆ ਤੇ ਲਿਖਿਆ ਇਹ ਸਜਾਖੇ ਨੂੰ ਵੀ ਕੀ ਕਰ ਦਿੰਦੀ ਆ? ਅੰਨਾ। ਇਹ ਤੈਨੂੰ ਅੰਨਾ ਕਰ ਦੇਗਾ। ਪੈਸੇ ਦਾ ਲਾਲਚ ਕੀ ਕਰ ਦੇਵੇਗਾ? ਅੰਨਾ ਕਰ ਦੇਗਾ। ਤੇ ਬਾਕੀ ਸਭ ਤੋਂ ਮੇਨ ਕੰਮ ਕੀ ਆ? ਇਹ ਧਰਮੀਆਂ ਦੇ ਕੰਮਾਂ ਨੂੰ ਕੀ ਕਰ ਦੇਗਾ? ਪੜੋ, ਤੂੰ ਵੱਡੀ ਨਾ ਖਾ, ਕਿਉਂ ਜੋ ਵੱਡੀ ਤੇਜ਼ ਨਿਗਾਹ ਵਾਲੇ ਨੂੰ ਅੰਨਾ ਸਭ ਤੋਂ ਕਰ ਦਿੰਦੀ ਪਹਿਲਾਂ ਹੈ। ਤੇ ਪੈਸੇ ਦਾ ਲੋਭ, ਗਲਤ ਤਰੀਕੇ ਨਾਲ ਕਮਾਇਆ ਗਿਆ ਪੈਸਾ ਤੈਨੂੰ ਕੀ ਕਰ ਦੇਗਾ? ਅੰਨਿਆ ਕਰ ਦੇਗਾ। ਅੰਨਿਆ ਕਰਨ ਤੋਂ ਬਾਅਦ ਕਿਤੇ ਨੂੰ ਅੱਗੇ ਕੁਝ ਦਿਖਾਈ ਨਹੀਂ ਦੇਵੇਗਾ। ਕਈ ਵਾਰ ਪਰਮੇਸ਼ਰ ਨੇ, ਪ੍ਰਭੂ ਯਿਸੂ ਮਸੀਹ ਨੇ ਆਗੂਆਂ ਨੂੰ ਵੀ ਅੰਨੇ ਕਿਹਾ ਕਿ ਅੰਨੇ ਦਾ ਆਗੂ ਹੋਏਗਾ ਤੇ ਕੁਝ ਵੀ ਬਣੇਗਾ। ਇਹਦਾ ਮਤਲਬ ਉਹ ਅੰਨੇ ਕਿਉਂ ਨੇ? ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਲਾਲਚ ਜਾਂ ਲੋਭ ਕੀ ਕੀਤਾ ਜਾਂਦਾ ਆ? ਪਾਇਆ ਜਾਂਦਾ ਹੈ। ਇਸ ਕਰਕੇ ਪਰਮੇਸ਼ਰ ਕਹਿੰਦਾ ਇੱਕ ਧਰਮੀ ਦੇ ਲਈ, ਇੱਕ ਧਰਮ ਦਾ ਕੰਮ ਕੀ ਆ? ਉਹ ਕਿਸੇ ਵੀ ਗਲਤ ਸੋਰਸ ਦੇ ਨਾਲ, ਕਿਸੇ ਵੀ ਗਲਤ ਤਰੀਕੇ ਦੇ ਨਾਲ ਆਪਣੀ ਜੇਬ ਦੇ ਵਿੱਚ ਪੈਸਾ ਨਾ ਪਾਵੇ, ਨਹੀਂ ਤੇ ਇਹ ਕੰਮ ਉਹਨੂੰ ਅੰਨਿਆ ਕਰ ਦੇਗਾ, ਉਹਨੂੰ ਕੋਈ ਦਿਖਾਈ ਨਹੀਂ ਦੇਗਾ। ਹਾਂ, ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ। ਅਤੇ ਇਹ ਜਿਹੜੀ ਲੋਭ ਆ ਨਾ, ਜਾਂ ਇਹ ਜਿਹੜਾ ਇਸ ਤਰੀਕੇ ਨਾਲ ਕਮਾਇਆ ਧਨ ਆ, ਇਹ ਆਦਤ ਧਰਮੀਆਂ ਦੇ ਕੰਮਾਂ ਨੂੰ ਕੀ ਕਰ ਦਿੰਦੀ ਆ? ਉਲਟ ਦਿੰਦੀ ਆ। ਇਸ ਕਾਰਨ ਤੁਹਾਡਾ ਧਰਮ ਕੀ ਆ? ਕਿਹੜਾ ਕੰਮ ਕਰਨਾ ਤੁਸੀਂ? ਜਿਹੜਾ ਧਰਮ ਬਣਨਾ ਤੁਹਾਡੇ ਲਈ ਹੋਇਆ, ਤੁਹਾਡੇ ਜੀਵਨ ਦੇ ਵਿੱਚ ਕਿਸੇ ਵੀ ਤਰੀਕੇ ਨਾਲ, ਗਲਤ ਤਰੀਕੇ ਤੋਂ ਜਾਂ ਗਲਤ ਤਰੀਕੇ ਦੇ ਨਾਲ ਆਇਆ ਪੈਸਾ ਤੁਹਾਡੇ ਲਈ ਹਰਾਮ ਆ। ਇਹ ਤੁਹਾਨੂੰ ਅੰਨਿਆ ਕਰ ਦੇਗਾ। ਤੁਹਾਡੇ ਧਰਮ ਦੇ ਕੰਮਾਂ ਨੂੰ ਕੀ ਕਰ ਦੇਗਾ? ਇਹ ਉਲਟ ਦੇਵੇਗਾ। ਤੁਹਾਨੂੰ ਧਰਮੀ ਹੋਣ ਤੋਂ ਰੱਦ ਦੇਵੇਗਾ, ਤੁਹਾਨੂੰ ਧਰਮੀ ਹੋਣ ਤੋਂ ਸੁੱਟ ਦੇਵੇਗਾ। याद रखियो। नंबर 1 की लिखा वचन देखा, हिंदी च पढ़ो यार इस चीज में। घूस ना लेना, क्योंकि घूस देखने वालों को भी अंधा कर देता है और धर्मियों की बातें पलट देता है। कि किसी भी तरीके का ऐसे पैसे का लालच नहीं करना। नंबर 2 पढ़ते हैं जी, जबूर 18:5। जबूर 18 बाब ਉਹਦਾ 5 वचन। ਪਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਦੇ ਮੇਰੇ ਉਸ ਤੋਂ ਸਾਹਮਣੇ ਪਹਿਲਾਂ ਤੁਸੀਂ ਪੜ੍ਹ ਦਿਓ ਕਹਾਵਤਾਂ 18:5। ਕਹਾਵਤਾਂ ਹਿੰਦੀ ਚ ਨੀਤੀ ਵਚਨ 18:5। ਦੁਸ਼ਟਾਂ ਦੀ ਰਹੀ ਕਰਨੀ ਚੰਗੀ ਨਹੀਂ, ਹਾਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ। ਨੰਬਰ 1 ਕਹਿੰਦਾ ਦੁਸ਼ਟਾਂ ਦੀ ਕੀ ਕਰਨੀ ਚੰਗੀ ਨਹੀਂ ਰਹੀ, ਜਾਂ ਦੁਸ਼ਟਾਂ ਦੀ ਸਾਈਡ ਲੈਣੀ ਚੰਗੀ ਨਹੀਂ। ਇਸ ਤਰ੍ਹਾਂ ਜਬੂਰ 1 ਚ ਵੀ ਆਓ, ਉਹਦੇ ਚ ਜਬੂਰ 1 ਚ ਕੀ ਕਹਿੰਦਾ? ਜਬੂਰ 1 ਦਾ 1 ਪੜ੍ਹੀਏ। ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਹਾਂ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ। ਨਾ ਪਾਪੀਆਂ ਦੇ ਰਾਹ ਵਿੱਚ ਕੀ ਕਹਿੰਦਾ ਆ? ਖੜਾ ਰਹਿੰਦਾ। ਹੁਣ ਇਹਦਾ 5 ਪੜ੍ਹ ਦਈਏ। ਇਸ ਲਈ ਦੁਸ਼ਟ ਨਿਆਂ ਵਿੱਚ ਖੜੇ ਨਹੀਂ ਰਹਿਣਗੇ। ਇਸ ਲਈ ਦੁਸ਼ਟ ਕੀ ਨਹੀਂ ਕਰਨਗੇ? ਨਿਆਂ ਵਿੱਚ ਖੜੇ ਨਹੀਂ ਰਹਿਣਗੇ। ਹਾਂ, ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ। ਨਾ ਪਾਪੀ ਕੀ ਕਰਨਗੇ? ਧਰਮੀਆਂ ਦੀ
ਇੱਥੇ ਪਰਮੇਸ਼ਰ ਇਹਨਾਂ ਦੋਨਾਂ ਵਚਨਾਂ ਦੁਆਰਾ ਸਾਨੂੰ ਸਮਝਾਉਣਾ ਕੀ ਚਾਹੁੰਦਾ? ਦੁਸ਼ਟ ਦੀ ਰਈ, ਹਿੰਦੀ ਚ ਪੜੋ ਜਰਾ, ਇਹ नीति वचन 18 ਦੀ 5। दुष्ट का पक्ष करना और धर्मी का हक मारना। दुष्ट ਦਾ ਪੱਖ ਲੈਣਾ, ਦੁਸ਼ਟ ਦਾ ਪੱਖ ਲੈਣਾ ਮਤਲਬ ਸਾਡਾ ਵਿਸ਼ਾ ਚੱਲ ਰਿਹਾ ਆਦਮ ਦੇ ਦੁਆਰਾ ਕੀਤੇ ਗਏ ਪਾਪ ਦੇ ਦੁਆਰਾ। ਹੁਣ ਜਦੋਂ ਅਸੀਂ ਉਹ ਸਾਰੇ ਘਟਨਾਕ੍ਰਮ ਨੂੰ ਵੇਖਦੇ ਹਾਂ, ਉੱਥੇ ਹਵਾ ਨੇ ਕਿਹਦਾ ਪੱਖ ਲਿਆ? ਪਰਮੇਸ਼ਰ ਦੀ ਗੱਲਾਂ ਦਾ ਜਾਂ ਸ਼ੈਤਾਨ ਦਾ? ਦੁਸ਼ਟ ਦਾ ਪੱਖ ਲੈਣਾ ਮਤਲਬ ਕਿ ਜਿਹੜਾ ਧਰਮੀ ਆ ਉਹ ਦੁਸ਼ਟ ਦਾ ਪੱਖ ਨਹੀਂ ਲੈਂਦਾ, ਉਹ ਪਰਮੇਸ਼ਰ ਦੇ ਵਚਨਾਂ ਦਾ ਪੱਖ ਲੈਂਦਾ ਹੈ। ਉਹ ਦੁਸ਼ਟਾਂ ਦੀ ਗੱਲ ਵੱਲ ਧਿਆਨ ਨਹੀਂ ਲਾਉਂਦਾ, ਉਹ ਪਰਮੇਸ਼ਰ ਦੇ ਵਚਨਾਂ ਵੱਲ ਕੀ ਲਾਉਂਦਾ ਆ? ਧਿਆਨ ਲਾਉਂਦਾ ਹੈ। ਇਸ ਕਰਕੇ ਆਦਮ ਔਰ ਹਵਾ ਨੇ ਪਰਮੇਸ਼ਰ ਦੀਆਂ ਗੱਲਾਂ ਨੂੰ ਧਿਆਨ 'ਚ ਨਾ ਰੱਖਦੇ ਹੋਏ, ਪਰਮੇਸ਼ਰ ਦੀਆਂ ਗੱਲਾਂ ਦਾ ਧਿਆਨ ਨਾ ਰੱਖਦੇ ਹੋਏ ਸ਼ੈਤਾਨ ਦੀਆਂ ਗੱਲਾਂ ਦਾ ਕੀ ਕੀਤਾ ਆ? ਖਿਆਲ ਰੱਖਿਆ। ਕਿਹਦੇ ਪੱਖ 'ਚ ਬੋਲ ਪਏ? ਕਿਹਦਾ ਪੱਖ ਲੈ ਲਿਆ? ਪ੍ਰਭੂ ਨੇ ਕਿਹਾ ਸੀ ਇਸ ਫਲ ਤੋਂ ਕੀ ਨਾ ਕਰਨਾ, ਨਾ ਖਾਣਾ, ਨਹੀਂ ਤੇ ਤੁਸੀਂ ਕੀ ਹੋ ਜਾਓਗੇ? ਸ਼ੈਤਾਨ ਨੇ ਆ ਕੇ ਕੀ ਕੀਤਾ? ਤੁਸੀਂ ਮਰੋਗੇ ਨਹੀਂ ਬਲਕਿ ਕਿਤੇ ਵਰਗੇ ਬਣ ਜਾਓਗੇ। ਕਿਹਦਾ ਪੱਖ ਲੈ ਲਿਆ? ਇਸੇ ਤਰ੍ਹਾਂ ਜੇਕਰ ਤੁਸੀਂ ਧਰਮੀ ਹੋ ਨਾ, ਜੇ ਤੁਸੀਂ ਧਰਮੀ ਬਣਨਾ ਚਾਹੁੰਦੇ ਹੋ, ਪਹਿਲਾ ਕੰਮ ਆ ਹਰ ਪ੍ਰਕਾਰ ਦੇ ਲਾਲਚ ਨੂੰ, ਖਾਸ ਕਰਕੇ ਪੈਸੇ ਦੇ ਲਾਲਚ ਨੂੰ ਆਪਣੇ ਜੀਵਨ ਚੋਂ ਬਾਹਰ ਕੱਢਣਾ। ਦੂਸਰਾ, ਜੋ ਪਰਮੇਸ਼ਰ ਦਾ ਵਚਨ ਕਹਿੰਦਾ ਆ, ਜੋ ਪਰਮੇਸ਼ਰ ਦਾ ਵਚਨ ਕਹਿੰਦਾ ਉਹੀ ਕਰਨਾ ਆ। ਉਹਦੇ ਪੱਖ 'ਚ ਰਹਿਣਾ, ਦੁਸ਼ਟ ਦੇ ਪੱਖ 'ਚ ਨਹੀਂ। ਦੁਸ਼ਟ ਕਹਿਣ ਦਾ ਮਤਲਬ ਸ਼ੈਤਾਨ। ਸ਼ੈਤਾਨ ਵੀ ਕਈ ਵਾਰ ਵਚਨਾਂ ਦੇ ਦੁਆਰਾ ਹੀ ਸਾਡੇ ਨਾਲ ਕੀ ਕਰੇਗਾ? ਗੱਲ ਕਰੇਗਾ। ਉਹਨਾਂ ਵਚਨਾਂ ਨੂੰ ਤੋੜ ਮਰੋੜ ਕੇ ਸਾਡੇ ਸਾਹਮਣੇ ਪੇਸ਼ ਕਰੇਗਾ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਲੈ ਕੇ ਆਇਆ। ਪ੍ਰਭੂ ਯਿਸੂ ਮਸੀਹ ਨੂੰ ਭੁੱਖ ਲੱਗੀ, ਕੀ ਕਹਿੰਦਾ ਸ਼ੈਤਾਨ? ਜੇ ਤੂੰ ਪਰਮੇਸ਼ਰ ਪੁੱਤਰ ਹੈ ਤੇ ਕੀ ਕਰ? ਇਹਨਾਂ ਪੱਥਰਾਂ ਨੂੰ ਕਹਿ ਕੀ ਬਣ ਜਾਣੇ? ਪ੍ਰਭੂ ਯਿਸੂ ਨੇ ਕਿਹਾ ਪਰ ਵਚਨ 'ਚ ਵੀ ਲਿਖਿਆ ਆ, ਇਨਸਾਨ ਨਿਰਾ ਰੋਟੀ ਦੇ ਨਾਲ ਬਲਕਿ ਹਰ ਇੱਕ ਉਸ ਵਚਨ ਦੇ ਨਾਲ ਜਿਉਂਦਾ ਜਿਹੜਾ ਪਰਮੇਸ਼ਰ ਦੇ। ਫਿਰ ਸ਼ੈਤਾਨ ਵਚਨ ਲੈ ਕੇ ਆਇਆ, ਕਹਿੰਦਾ ਆਪਣੇ ਆਪ ਨੂੰ ਕੀ ਕਰ? ਹੈਕਲ ਦੇ ਇਸ ਉੱਚੇ ਕੰਗੇਰੇ ਤੋਂ ਕੀ ਕਰ ਲੈ? ਤੋ ਵਚਨ 'ਚ ਲਿਖਿਆ ਉਹਦੇ ਦੂਤ ਆ ਕੇ ਤੈਨੂੰ ਕੀ ਕਰ ਲੈਣਗੇ? ਹੁਣ ਇੱਥੇ ਵਚਨ ਆ ਗਿਆ ਨਾ। ਇਹ ਵਚਨ ਕੌਣ ਸੁਣਾ ਰਿਹਾ? ਦੁਸ਼ਟ ਫਾਇਦੇ ਦੇ ਲਈ ਸੁਣਾ ਰਿਹਾ। ਦੁਸ਼ਟ ਤੁਹਾਡੇ ਸਰੀਰਕ ਫਾਇਦੇ ਦੇ ਲਈ ਵਚਨ ਲੈ ਕੇ ਆਇਆ। ਕਈ ਕਹਿਣਗੇ ਹਾਂ ਠੀਕ ਹੈ ਵਚਨ ਹੀ ਆ, ਪਰ ਜੇ ਐਸੇ ਸਰੀਰਕਤਾ ਦੇ ਦੁਆਰਾ ਪੇਸ਼ ਕੀਤੇ ਗਏ ਵਚਨਾਂ ਦੇ ਨਾਲ ਅਸੀਂ ਸਹਿਮਤ ਹੋ ਜਾਂਦੇ ਆ, ਅਸੀਂ ਦੁਸ਼ਟ ਦਾ ਪੱਖ ਲੈ ਲਿਆ। ਬੇਸ਼ੱਕ ਪਰਮੇਸ਼ਰ ਦੇ ਵਚਨ ਸਾਨੂੰ ਕੱਟਣ, ਸਾਨੂੰ ਛਾਂਟਣ, ਸਾਨੂੰ ਮਾਰਨ, ਸਾਨੂੰ ਤੋੜਨ, ਸਾਨੂੰ ਉਹ ਕਬੂਲ ਆ। ਇਸ ਕਰਕੇ ਸਾਵਧਾਨ ਰਹੋ। ਸ਼ੈਤਾਨ ਕਈ ਵਾਰ ਤੁਹਾਨੂੰ ਲਾਲਚ ਦੇਣ ਦੇ ਲਈ ਵਚਨਾਂ ਦਾ ਸਹਾਰਾ ਲੈ ਕੇ ਆਵੇਗਾ। ਇਸ ਕਰਕੇ ਕਿਹਦੇ ਪੱਖ 'ਚ ਰਹੋ? ਧਰਮੀ ਹਮੇਸ਼ਾ ਸੱਚੇ ਵਚਨਾਂ ਦੇ ਪੱਖ 'ਚ ਬੋਲਦਾ ਹੈ। ਉਹਨੂੰ ਇਸ ਧਰਤੀ ਤੇ ਆਪਣੇ ਫਾਇਦੇ ਦੀ ਕੋਈ ਵੀ ਜ਼ਰੂਰਤ ਨਹੀਂ ਚਾਹੀਦੀ। ਉਹਨੂੰ ਇਸ ਧਰਤੀ ਤੇ ਆਪਣੇ ਫਾਇਦੇ ਦੀ ਕੋਈ ਲੋੜ ਨਹੀਂ। ਉਹ ਸਿਰਫ ਔਰ ਸਿਰਫ ਸੋਚਦਾ ਆਪਣੇ ਆਤਮਿਕ ਜੀਵਨ ਦੇ ਲਈ। ਕਿਉਂਕਿ ਪਲੂਸ ਕਹਿ ਗਿਆ, ਕਹਿੰਦਾ ਮੈਂ ਸਭਨਾ ਚੀਜ਼ਾਂ ਨੂੰ ਕੀ ਸਮਝਦਾ ਹਾਂ ਤੇ ਮੈਂ ਇਹ ਸਭਨਾ ਚੀਜ਼ਾਂ ਦੀ ਹਾਣ ਝੱਲੀ ਵੀ। ਮਸੀਹੀ ਜੀਵਨ ਹਰ ਵੇਲੇ ਫਾਇਦਾ ਲੈਣ ਵਾਲਾ ਜੀਵਨ ਨਹੀਂ ਹੈ। ਮਸੀਹੀ ਜੀਵਨ 'ਚ ਕਈ ਵਾਰ ਬੜੀਆਂ ਗੱਲਾਂ ਦੀ ਕੀ ਚੱਲਣੀ ਪੈਂਦੀ ਆ? ਹਾਣ ਚੱਲਣੀ ਪੈਂਦੀ ਆ। ਇਸ ਕਾਰਨ ਸਾਵਧਾਨ ਰਹੋ। ਧਰਮੀ ਹਮੇਸ਼ਾ ਪਰਮੇਸ਼ਰ ਦੇ ਵਚਨਾਂ 'ਚ ਪਰਮੇਸ਼ਰ ਦੇ ਵੱਲ ਖੜਾ ਰਹਿੰਦਾ। ਧਰਮੀ ਕਦੇ ਵੀ ਦੁਸ਼ਟ ਦੀ ਕੀ ਨਹੀਂ ਲੈਂਦਾ? ਪੱਖ ਨਹੀਂ ਲੈਂਦਾ। ਔਰ ਜ਼ਬੂਰ ਕਹਿੰਦਾ ਧੰਨਿਆ ਜੋ ਕੀ ਨਹੀਂ ਕਰਦਾ? ਦੁਸ਼ਟਾਂ ਦੀ ਮੱਤ ਤੇ ਨਹੀਂ ਚੱਲਦਾ। ਹਵਾ ਕਿਹਦੀ ਮੱਤ ਤੇ ਚੱਲ ਗਈ? ਦੁਸ਼ਟ ਸ਼ੈਤਾਨ ਦੀ ਮੱਤ। ਫਿਰ 5 ਕਹਿੰਦਾ ਧਰਮੀ ਕੀ ਹੋ ਜਾਣਗੇ? ਨਿਆਂ ਦੇ ਦਿਨ ਖੜੇ ਰਹਿਣਗੇ ਤੇ ਦੁਸ਼ਟ ਕੀ ਨਹੀਂ ਰਹੇਗਾ? ਨਿਆਂ ਦੇ ਦਿਨ ਖੜਾ ਨਹੀਂ ਰਹੇਗਾ। ਇਸ ਕਰਕੇ ਧਰਮ ਦੇ 2 ਕੰਮ, ਆਪਣੇ ਜੀਵਨ ਨੂੰ ਪੈਸੇ ਦੇ ਲਾਲਚ ਤੋਂ ਦੂਰ ਕਰਨਾ। ਨੰਬਰ 2, ਸਿਰਫ ਔਰ ਸਿਰਫ ਪਰਮੇਸ਼ਰ ਦੇ ਵਚਨ ਦੇ ਨਾਲ ਖੜੇ ਰਹਿਣਾ। ਬੇਸ਼ੱਕ ਇਸ ਵਚਨ ਤੇ ਖੜਨ ਦੇ ਕਾਰਨ ਤੁਹਾਨੂੰ ਕਈ ਤਰ੍ਹਾਂ ਦੇ ਨੁਕਸਾਨ ਝੱਲਣੇ ਪੈਣ, ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਝੱਲਣੀਆਂ ਪੈਣ,
ਪਰ ਖੜੇ ਰਹੋ। ਕਦੇ ਵੀ ਦੁਸ਼ਟ ਦੇ ਮੱਤ ਉੱਤੇ ਨਾ ਚੱਲਿਓ, ਦੁਸ਼ਟ ਦੇ ਪੱਖ ਤੇ ਨਾ ਚੱਲਿਓ। ਹਾਲੇਲੂਇਆ। ਹਾਲੇਲੂਇਆ। ਅੱਗੇ ਵਧਦੇ ਹਾਂ ਜੀ। ਨੰਬਰ 3, ਧਰਮੀ ਦਾ ਕੀ ਕੰਮ ਹੈ? ਜ਼ਬੂਰ 34 ਬਾਬ 17 ਔਰ 18 ਵਚਨ। ਧਰਮੀ ਦੁਹਾਈ ਦਿੰਦੇ ਹਨ ਹਾਂ ਅਤੇ ਯਹੋਵਾ ਸੁਣਦਾ ਹੈ। ਹਾਂ, ਕਹਿੰਦਾ ਧਰਮੀ ਦੁਹਾਈ ਦਿੰਦੇ, ਯਹੋਵਾ ਕੀ ਕਰਦਾ? ਹਾਲੇਲੂਇਆ। ਬੜਾ ਵਧੀਆ ਵਚਨ ਹੈ। ਧਰਮੀ ਕੀ ਦੇ ਰਿਹਾ ਦੁਹਾਈ, ਔਰ ਯਹੋਵਾ ਕੀ ਕਰ ਰਿਹਾ ਉਹਦੀ? ਪਰ ਕਿਉਂ ਧਰਮੀ ਦੀ ਕਿਉਂ ਸੁਣੀ ਜਾਂਦੀ ਹੈ? ਧਰਮੀ ਦੁਹਾਈ ਦਿੰਦੇ ਨੇ, ਯਹੋਵਾ ਕੀ ਕਰਦਾ ਉਹਦੀ? ਹਿੰਦੀ ਚ ਪੜ੍ਹੀਏ ਜਰਾ 17 वचन। धर्मी दुहाई देते हैं हाँ, और यहोवा सुनता है। यहोवा की करता है, पर क्यों सुनता? पढ़िए जरा हुण दे 18 वचन में। ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ यहोवा टुटे दिल वालियां दे की आ नेड़े है। हाँ, ਅਤੇ ਕੁਚਲਿਆਂ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ। और कुचले आत्मा वालियां नु की करदा आ? धर्मी दा दिल की हुंदा आ? टुट्टा। इस कारण परमेश्वर ओदे नेड़े आ, ते जिहदे नेड़े आ ओदी की कर रहा? सुन रहा। इस करके धर्मी जरा जिन्नी दुहाई दिंदा ना, परमेश्वर की कर लैंदा ओदी। क्यों? क्योंकि धर्मी दा दिल की आ? नरम दिल है ओदा टुट्टा दिल है। तीसरा धर्म दा काम, साडा दिल कैसा होवे? नरम दिल होवे, साडा दिल टुट्टा होवे। तां ते परमेश्वर दा वचन कहंदा जेकर अज तुसीं ओहदे वचनां नूं सुणदे हो ते अपने दिलां नूं की ना करियो। धर्मी अपने दिलां नूं कठोर नहीं करदा, वो खुशी दे नाल, बड़े चाह दे नाल और बड़ी रीझ दे नाल परमेश्वर दे वचनां नूं कबूल करदा आ और उन्हां नूं मनदा और ओहदे उत्ते की करदा आ? चलदा। ਇਹ ਨੇ ਉਹ ਤਾਰਾਂ, ਇਹ ਨੇ ਲੋਹੇ ਦੀਆਂ ਤਾਰਾਂ ਜਿਹਦੇ ਦੁਆਰਾ ਤੁਹਾਡੀ ਧਰਮ ਦੀ ਇਹ ਸੰਜੋਗ ਜਾਂ ਧਰਮ ਦੀ ਚਿਲਮ ਕੀ ਕਰਨੀ ਆ? ਤਿਆਰ ਹੋਣੀ ਆ। ਸਭ ਤੋਂ ਪਹਿਲੀ ਤਾਰ ਕੀ ਹੈ? ਸਾਡੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪੈਸੇ ਦਾ ਲਾਲਚ ਨਾ ਹੋਵੇ। ਨੰਬਰ 2, ਧਰਮੀ ਦੁਸ਼ਟ ਦੇ ਪੱਖ 'ਚ ਨਹੀਂ, ਧਰਮੀ ਸਰਵਸ਼ਕਤੀਮਾਨ ਪਰਮੇਸ਼ਰ ਦੇ ਵਚਨਾਂ ਦੇ ਪੱਖ 'ਚ ਰਹਿੰਦਾ ਹੈ। ਨੰਬਰ 3, ਧਰਮੀ ਦਾ ਦਿਲ ਕੀ ਹੁੰਦਾ ਹੈ? ਨਰਮ ਹੁੰਦਾ ਹੈ। और ਇਹਦੇ ਵਾਸਤੇ ਇੱਕ ਵਚਨ ਪੜ੍ਹ ਦਈਏ ਹੋਰ। ਉਸ ਤੋਂ ਪਹਿਲਾਂ 17 और 18 वचन एक बार फिर पढ़िए। ਧਰਮੀ ਦੁਹਾਈ ਦਿੰਦੇ ਹਨ हाँ, ਅਤੇ ਯਹੋਵਾ ਸੁਣਦਾ ਹੈ। ਧਰਮੀ ਦੁਹਾਈ ਦਿੰਦੇ ਨੇ ਤੇ ਯਹੋਵਾ ਕੀ ਕਰਦਾ ਹੈ? ਸੁਣਦਾ। ਜੇਕਰ ਤੁਸੀਂ ਚਾਹੁੰਦੇ ਨਾ ਤੁਹਾਡੀ ਪਰਮੇਸ਼ਰ ਸੁਣੇ, ਤੇ ਫਿਰ ਤੁਸੀਂ ਪੁਕਾਰਦੇ, ਪਰਮੇਸ਼ਰ ਕੀ ਨਹੀਂ ਕਰਦਾ? दाऊद ने भी कई बार पुकारिया। दाऊद कहता हे यहोवा तू मेरे वालों कन क्यों की कर लिया, क्यों मोड़ लिया? मेरी दुहाइयां वाल तू ध्यान क्यों नहीं लाउंदा? साडे जीवनां 'च कई बार असीं प्रार्थना करदे हां, दुहाई दिंदे, परमेश्वर की नहीं करदा? ओहदा एक ही तरीका है। की लिखिया जी? किन्ना दे नजदीक है परमेश्वर? पढ़ो 18 वचन। ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ। हालेलुया। सीधा सीधा दा जवाब है, यहोवा किन्ना दे नेड़े आ? टुटे दिल वालियां दे नेड़े। अपना दिल तोड़ो, अपना दिल नरम करो, परमेश्वर ਤੁਹਾਡੇ ਕੀ ਹੋਵੇਗਾ? ਨੇੜੇ ਹੋਵੇਗਾ। ਤੇ ਨੇੜੇ ਹੋਣ ਦਾ ਮਤਲਬ ਉਹ ਤੁਹਾਡੀ ਕੀ ਕਰਦਾ ਆ? ਸੁਣਦਾ ਆ। ਹਾਲੇਲੂਇਆ। ਹਾਲੇਲੂਇਆ। ਆइए ਚੌਥਾ ਪੜ੍ਹਦੇ ਹਾਂ ਜੀ। ਜ਼ਬੂਰ 37 ਦੀ 16। ਧਰਮੀ ਦਾ ਥੋੜਾ ਕਈਆਂ ਦੁਸ਼ਟਾਂ ਦੇ ਬਾਲੇ ਨਾਲੋਂ ਵੀ ਚੰਗਾ ਹੈ। ਹਾਂ, ਹੁਣ ਹਿੰਦੀ ਚ ਪੜ੍ਹਦੀ ਜਰਾ। ਜ਼ਬੂਰ 37 ਦਾ 16। धर्मी का थोड़ा सा माल दुष्टों के बहुत से धन से उत्तम है। ਹੁਣ ਇਹ ਗੱਲ ਕੀ ਸਿਖਾਉਂਦੀ ਸਾਨੂੰ? ਇਹਦੀ ਝਲਕ ਪਹਿਲੇ ਉਸ ਗੱਲ 'ਚ ਵੀ ਸਾਨੂੰ ਮਿਲੀ ਕਿ ਧਰਮੀ ਕੀ ਨਹੀਂ ਲੈਂਦਾ? ਵੱਡੀ ਨਹੀਂ ਲੈਂਦਾ। ਹੁਣ ਇੱਥੇ ਫੇਰ ਪਰਮੇਸ਼ਰ ਨੇ ਉਸ ਗੱਲ ਨੂੰ ਪੱਕਿਆ ਕੀਤਾ ਕਿ ਸਿਰਫ ਪੈਸੇ ਦੇ ਨਹੀਂ, ਬਾਕੀ ਸਭ ਮਾਮਲਿਆਂ ਦੇ ਵਿੱਚ ਵੀ ਧਰਮੀ ਦੇ ਅੰਦਰ ਕੋਈ ਲੋਭ ਜਾਂ ਲਾਲਚ ਨਹੀਂ ਪਾਇਆ ਜਾਂਦਾ। और लिखा धर्मी को कितना होंदा है? ਥੋੜਾ। पढ़ो ना। धर्मी दा थोड़ा। हाँ, ਕਈ ਦੁਸ਼ਟਾਂ ਦੇ ਬਾਲੇ ਨਾਲੋਂ ਵੀ कई दुष्टां दे ज्यादा नालों भी ਚੰਗਾ ਹੈ। चंगा है, वधिया है। धर्मी नूं लालच दे नाल वाधू कमाई करन दी लोड़ ही, ओदा थोड़ा भी धर्मी दी जेब च पिया 1000 भी दुनिया दे लोकां दे 1 ਲੱਖ नालों वधिया आ, क्योंकि ओदे उत्ते परमेश्वर दी आशीष है।
ਉਹਦੇ ਉੱਤੇ ਪਰਮੇਸ਼ਰ ਦੀ ਕੀ ਆ? ਬਰਕਤ ਆ। ਤੇ ਫਿਰ ਧਰਮੀ ਕੀ ਰਹਿੰਦਾ? ਥੋੜਾ ਆ। ਤੇ ਵਚਨ 'ਚ ਲਿਖਿਆ ਜੋ ਥੋੜੇ 'ਚ ਵਫਾਦਾਰ ਆ ਉਹ ਵੱਡੇ 'ਚ ਵੀ ਕੀ ਹੋਵੇਗਾ? ਇਸ ਕਰਕੇ ਪਰਮੇਸ਼ਰ ਸਾਨੂੰ ਥੋੜਾ ਦੇ ਕੇ ਸਾਨੂੰ ਉਸ ਥੋੜੇ ਤੇ ਵਫਾਦਾਰ ਰਹਿਣ ਦੇ ਲਈ ਪ੍ਰੇਰਿਤ ਕਰਦਾ ਆ। ਅਸੀਂ ਥੋੜੀਆਂ ਸੁੱਖ ਸੁਵਿਧਾਵਾਂ 'ਚ ਵੀ, ਅਸੀਂ ਥੋੜਾ ਕੁਝ ਹੋਣ ਤੇ ਵੀ ਘਬਰਾਈਏ ਨਾ। ਧਰਮੀ ਦਾ ਥੋੜਾ ਦੁਸ਼ਟਾਂ ਦੇ ਵਾਦੇ ਨਾਲੋਂ ਵੀ ਕਿਤੇ ਕੀ ਆ? ਚੰਗਾ ਹੈ। ਇਹ ਬਾਈਬਲ 'ਚ ਝਲਕ ਦੇਖਦੇ ਹੋ, ਪਰਮੇਸ਼ਰ ਦਾ ਵਚਨ ਹਰ ਇੱਕ ਵਚਨ ਦੇ ਨਾਲ ਇੱਕ ਉਦਾਹਰਨ ਹੁੰਦੀ ਹੈ। ਏਲੀਆ ਸਰਾਫਾਤ 'ਚ ਚਲਾ ਗਿਆ, ਉੱਥੇ ਇੱਕ ਵਿਧਵਾ ਮਿਲੀ, ਕਹਿੰਦਾ ਤੇਰੇ ਘਰ 'ਚ ਕੀ ਆ? ਕੀ ਕਹਿੰਦੀ? ਇੱਕ ਮੋਟਾ ਆਟਾ ਤੇ ਕੁੱਪੀ 'ਚ ਥੋੜਾ ਜਿਹਾ ਕੀ ਆ? ਤੇਲ। ਤੁਸੀਂ ਸਭ ਜਾਣਦੇ ਹੋ, ਹਿਸਟਰੀ ਆ, ਇਤਿਹਾਸ ਆ। ਉਹ ਥੋੜਾ ਹੀ ਨਾ, ਧਰਮੀ ਚਲਾ ਗਿਆ ਸੀ ਉਹਦੇ ਘਰ 'ਚ, ਉਹ ਥੋੜਾ ਹੀ। ਦੁਸ਼ਟਾਂ ਦੇ ਭੜੋਲੇ ਖਤਮ ਹੋ ਗਏ ਹੋਣਗੇ, ਦੁਸ਼ਟਾਂ ਦੇ ਖਜ਼ਾਨੇ ਖਤਮ ਹੋ ਗਏ ਹੋਣਗੇ, ਪਰ ਉਹਨਾਂ ਧਰਮੀਆਂ ਦਾ ਥੋੜਾ ਵੀ ਜਦ ਤੱਕ ਅਕਾਲ ਚੱਲਦਾ ਰਿਹਾ ਤਦ ਤੱਕ ਖਤਮ ਨਹੀਂ ਹੋਇਆ। ਸਿਰਫ ਏਲੀਆ ਨਹੀਂ, ਉਹ ਵਿਧਵਾ ਤੇ ਵਿਧਵਾ ਦਾ ਬੱਚਾ ਨਹੀਂ, ਉਹਨਾਂ ਦਾ ਸਾਰਾ ਖਾਨਦਾਨ ਵੀ ਉਸ ਥੋੜੇ ਦੇ ਵਿੱਚੋਂ ਕੀ ਕਰਦਾ ਰਿਹਾ? ਖਾਂਦਾ ਰਿਹਾ। ਕਹਿਣ ਦਾ ਮਤਲਬ ਚੌਥੇ ਨੰਬਰ ਦਾ ਮਤਲਬ ਕੀ ਹੈ? ਜੇ ਤੁਹਾਡੇ ਕੋਲ ਥੋੜਾ ਆ ਨਾ, ਧਰਮੀ ਘਬਰਾਉਂਦਾ ਨਹੀਂ। ਜੇ ਧਰਮੀ ਦੇ ਕੋਲ ਥੋੜਾ ਹੀ ਆ ਨਾ, ਉਹ ਕਦੇ ਘਬਰਾਉਂਦਾ ਨਹੀਂ ਆ, ਉਹ ਉਹਦੇ ਤੇ ਵੀ ਖੁਸ਼ ਰਹਿੰਦਾ ਆ। ਇਹ ਚੀਜ਼ਾਂ ਤੁਹਾਡੇ ਦਿਲ ਦੀ ਰੱਖਿਆ ਕਰਨਗੀਆਂ। ਤੁਹਾਡੇ ਕੋਲ ਥੋੜਾ ਆ ਨਾ, ਤਾਂ ਵੀ ਤੁਹਾਨੂੰ ਕੋਈ ਟੈਨਸ਼ਨ ਨਹੀਂ। ਤੁਹਾਡੇ ਕੋਲ ਬਿਲਕੁਲ ਘੱਟ ਆ, ਤਾਂ ਵੀ ਤੁਹਾਨੂੰ ਕੋਈ ਪਰਵਾਹ ਨਹੀਂ ਹੈ। ਕਿਉਂ ਨਹੀਂ ਪਰਵਾਹ? ਕਿਉਂਕਿ ਤੁਸੀਂ ਰਾਜਿਆਂ ਦੇ ਰਾਜੇ ਦੇ ਕੀ ਹੋ? ਬੱਚੇ ਹੋ। ਸਾਡਾ ਬਾਪ ਕੌਣ ਆ? ਇਸ ਦੁਨੀਆ ਦੇ ਰਾਜਿਆਂ ਦਾ ਵੀ ਕੌਣ ਆ? ਉਹ ਰਾਜਾ ਆ। ਤੇ ਰਾਜਿਆਂ ਦੇ ਬੱਚਿਆਂ ਨੂੰ ਕਦੇ ਕੋਈ ਪਰਵਾਹ ਨਹੀਂ ਹੁੰਦੀ। ਇਸ ਕਰਕੇ ਧਰਮੀ ਦੀ ਚੌਥੀ ਨਿਸ਼ਾਨੀ ਕੀ ਆ? ਉਹਦਾ ਥੋੜਾ, ਉਹਨੂੰ ਪਤਾ ਹੈ ਥੋੜਾ ਵੀ ਦੁਨੀਆ ਦੇ ਸਭ ਤੋਂ ਵੱਡੇ ਨਾਲੋਂ ਜ਼ਿਆਦਾ ਆ। ਤੁਸੀਂ ਧਰਮੀ ਹੋ ਨਾ, ਜੇਕਰ ਤੁਸੀਂ ਇੰਡੀਆ 'ਚ ਰਹਿ ਰਹੇ ਹੋ, ਤੁਹਾਡਾ ਥੋੜਾ ਵੀ, ਜੇਕਰ ਸੱਚਮੁੱਚ ਦੇ ਤੁਸੀਂ ਧਰਮੀ, ਯਾਦ ਰੱਖਿਓ ਇਸ ਗੱਲ ਨੂੰ, ਯਾਦ ਰੱਖਣਾ, ਜੇਕਰ ਤੁਹਾਡੇ ਕੋਲ ਥੋੜਾ ਵੀ ਆ ਤੇ ਤੁਸੀਂ ਇੰਡੀਆ ਦੇ ਸਭ ਤੋਂ ਅਮੀਰ ਬੰਦੇ ਅੰਬਾਨੀ ਨਾਲੋਂ ਵੀ ਜ਼ਿਆਦਾ ਤਾਕਤਵਰ ਹੋ। ਤੁਹਾਡੇ ਕੋਲ ਥੋੜਾ ਵੀ ਉਹਦੇ ਉਸ ਸਾਰੇ ਮਾਲਤਨ ਤੇ ਭਾਰੀ ਪਏਗਾ, ਕਿਉਂਕਿ ਉਹ ਧਰਮੀ ਦਾ ਹੈ। ਹਾਲੇਲੂਇਆ, ਹਾਲੇਲੂਇਆ। ਚੌਥੀ ਗੱਲ, ਧਰਮ ਦੀ ਚੌਥੀ ਗੱਲ, ਮੈਂ ਥੋੜੇ 'ਚ ਵੀ ਘਬਰਾਉਂਦਾ ਨਹੀਂ। ਮੇਰਾ ਥੋੜਾ ਵੀ ਦੁਸ਼ਟਾਂ ਦੇ ਵੱਡੇ ਮਾਲਤਨ ਨਾਲੋਂ, ਵੱਡਿਆਂ ਖਜ਼ਾਨਿਆਂ ਨਾਲੋਂ ਕੀ ਆ? ਜ਼ਿਆਦਾ ਆ। ਬੇਸ਼ੱਕ ਤੁਹਾਡਾ ਛੋਟਾ ਘਰ ਹੀ ਆ, ਬੇਸ਼ੱਕ ਤੁਹਾਡਾ ਘਰ ਵੀ ਨਾ ਹੋਵੇ, ਛੋਟਾ ਜਿਹਾ ਹੋਵੇ, ਉਹਦੇ ਤੇ ਮਾਣ ਕਰੋ। ਦੁਸ਼ਟਾਂ ਦੇ ਮਹਿਲ ਨਾਲੋਂ ਮੇਰਾ ਇੱਕ ਛੋਟਾ ਘਰ ਹੀ ਕੀ ਆ? ਵਧੀਆ। ਕਿਉਂਕਿ ਪਰਮੇਸ਼ਰ ਦਾ ਵਚਨ ਹੈ, ਵਚਨ ਕਹਿੰਦਾ ਇਸ ਘਰ ਤੇ ਉਹਦੀ ਕੀ ਆ? ਆਸ਼ੀਸ਼ ਹੈ। ਇੱਕ ਦਿਨ ਸਾਬਤ ਕਰਕੇ ਦੱਸੇਗਾ। ਕਿਉਂ? ਕਿਉਂਕਿ ਇਸ ਘਰ 'ਚ, ਇਸ ਛੋਟੇ ਘਰ 'ਚ ਰਹਿਣ ਵਾਲੇ ਲੋਕ ਸਵਰਗ ਰਾਜ ਦੇ ਅਧਿਕਾਰੀ ਹੋ ਜਾਣਗੇ। ਦੁਸ਼ਟ ਭਾਵੇਂ ਮਹਿਲਾਂ 'ਚ ਵਸੇ, ਇੱਕ ਦਿਨ ਉਹਨੂੰ ਉਸ ਅਮੀਰ ਆਦਮੀ ਵਾਂਗੂ ਰੋਣਾ, ਕਚੀਚੀਆਂ ਦਾ ਵਟਣਾ ਤੇ ਇੱਕ ਬੂੰਦ ਪਾਣੀ ਲਈ ਕੀ ਕਰਨਾ ਪਵੇਗਾ। ਉਸ ਦਿਨ ਯਾਦ ਹੋਏਗਾ ਨਾ, ਮੇਰਾ ਜ਼ਿਆਦਾ ਵੀ ਮੈਨੂੰ ਕੀ ਨਹੀਂ ਕਰ ਸਕਿਆ, ਇਹਨਾਂ ਥੋੜੇ 'ਚ ਵੀ ਕੋਈ ਪਰਵਾਹ ਨਹੀਂ ਕੀਤੀ। ਇਹ ਚੀਜ਼ਾਂ ਨੇ, ਇਹਨਾਂ ਚੀਜ਼ਾਂ ਦੀ ਬਣਦੀ ਹੈ ਧਰਮ ਦੀ ਝਿਲਮ, ਇਹਨਾਂ ਚੀਜ਼ਾਂ ਦੀ ਬਣਦੀ ਹੈ ਧਰਮ ਦੀ ਸੰਜੋ, ਜਿਹੜੇ ਸਾਡੇ ਦਿਲ ਦੀ ਕੀ ਕਰਦੀ ਆ? ਰੱਖਿਆ ਕਰਦੀ ਆ। ਧਰਮੀ ਪੈਸੇ ਦਾ ਲਾਲਚ ਨਹੀਂ ਕਰਦਾ। ਧਰਮੀ ਦੁਸ਼ਟਾਂ ਦੇ ਸਾਈਡ ਨਹੀਂ ਰਹਿੰਦਾ, ਦੁਸ਼ਟਾਂ ਦੀ ਮੱਤ ਤੇ ਨਹੀਂ ਚੱਲਦਾ, ਦੁਸ਼ਟ ਦੀ ਰਾਏ ਨਹੀਂ ਲੈਂਦਾ।